अजूनी सैभं गुर प्रसाद। कोट पराध हमारे खंडो, अनेक विधि समझावो। हम अज्ञान अल्प मत थोरी, तुम अपन बिरद रखावो। तुमरी शरण तुम्हारी आसा, तुम ही सजन सुहेले। राखो राखनहार दयाला, नानक घर के गोले। बद बख्त हम चूं बखील गाफल, बेनज़र बेबाक। नानक भुगोयद जन तुरा, तेरे चाकरा पाखाक। नानक भुगोयद जन तुरा, तेरे चाकरा पाखाक। जुगो जुग अटल चवर छत्र तखत दे मालक सतगुरु, दसां पातशाहियां दे आत्मक स्वरूप, गुणा दे भंडार, नाम दे दाते, मानवता नूं प्यार दा एकता दा संदेश दृढ़ाउण वाले सच्चे सतगुरु श्री गुरु ग्रंथ साहिब पातशाह महाराज जी की पवित्र पावन हजूरी अंदर उचेचे तौर ते मुबारक मुकद्दस अस्थान त्याग दी मूरत तेग दे धनी धर्म तुझा धर्म रखियक पातशाह श्री गुरु तेग बहादुर पिता जी के शहीदी अस्थान गुरुद्वारा सीसगंज साहिब विखे यात्रा करदियां हाज़री भर रहे गुरु प्यार वाले गुरु सवारे वडभागी सत्संगी जनों, गुरु घर की मर्यादा मुताबक अमृत वेले तो ही नितनेम बाणियां दे राही गुरशबद बाणी दे प्रवाह चल रहे हैं। उपरंत हजूरी रागी सिंघां पासों अमृत बाणी आसा की वार दे कीर्तन शबद कीर्तन श्रवण कीते। नियत समा शबद विचारदा है ते जो बाणी दी विचार सुखमनी साहब विचों 21वीं अष्टपदी तीसरे अते चौथे नंबर दे पदे दा बंद दा मूल पाठ आप जी ने गुरु साहब दे वजीर साहब अस्थान दे मुख ग्रंथी ज्ञानी हरनाम सिंह जी होरां पासों बड़े प्यार नाल श्रवण कीता है। आओ धन गुरु अर्जन देव पातशाह महाराज सुखमनी साहब के द्वारा अकाल पुरख वाहिगुरु जी की जिथे महिमा वडियाई बयान करते हैं, उत्थे सानू दुनियावी जीवां नूं भी समझाउंदे हन कि अकाल पुरख जिहड़ा सरगुण निर्गुण रूप है, जिस दी बरकत बनतर रहमत नाल असी इस जगत अंदर तुर रहे हैं फिरदे हैं, साडा सारा सिस्टम उस करते की कृपा नाल चलदा है। वो अकाल पुरख हर रूप दे अंदर हर रंग दे अंदर बैठा सानू चला रहा है ते सानू देख रहा है, साडे चंगे मंदे नू पछाण रहा है। सो ये जो अज दा पावन बचन है
ਜਿਸ ਵਿੱਚ ਨਿਰਗੁਣ ਤੇ ਸਰਗੁਣ ਦੋਨੋਂ ਰੂਪਾਂ ਨੂੰ ਲੈ ਕੇ ਗੁਰੂ ਬਾਬਾ ਜੀ ਨੇ ਕਿਰਪਾ ਕੀਤੀ ਹੈ। ਆਪਾਂ ਕੋਸ਼ਿਸ਼ ਕਰੀਏ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਾਨੂੰ ਕਿਸ ਤਰੀਕੇ ਨਾਲ ਪਰਮੇਸ਼ਰ ਦੇ ਗੁਣ ਗਾਇਨ ਕਰਨ ਵਾਸਤੇ ਆਪਣੇ ਆਪ ਨੂੰ ਉਸ ਦੇ ਨਾਲ ਜੋੜ ਕੇ ਚੰਗਾ ਸੋਹਣਾ ਸੁਚੱਜਾ ਬਣਾਉਣ ਵਾਸਤੇ ਪ੍ਰੇਰਣਾ ਦੇ ਰਹੇ ਹੈ। ਸੋ ਗੁਰੂ ਕੇ ਬਚਨਾਂ ਨਾਲ ਵਿਚਾਰ ਰੂਪ ਸਾਂਝ ਕਰਨੀ ਹੈ। ਵਿਚਾਰਾਂ ਦੀ ਸਾਂਝ ਤੋਂ ਪਹਿਲੋਂ ਲਗਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਜਿਸ ਦਾ ਸ਼ਲੋਕ ਜਿਹੜਾ ਹੈ ਉਹ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਗੁਰੂ ਪਾਤਸ਼ਾਹ ਨੇ ਇੱਕ ਆਧਾਰ ਬਖਸ਼ਿਸ਼ ਕੀਤਾ ਤੇ ਹੁਣ ਇਸ ਤੀਸਰੇ ਬੰਦ ਦੇ ਅੰਦਰ ਉਹ ਸਰਗੁਣ ਤੇ ਨਿਰਗੁਣ ਦੀ ਗੱਲ ਕਰਦੇ ਨੇ। ਅਬਿਨਾਸੀ ਸੁਖ ਆਪਨ ਆਸਨ, ਅਬਿਨਾਸੀ ਨਾਸ਼ ਤੋਂ ਰਹਿਤ। ਉਹ ਅਕਾਲ ਪੁਰਖ ਵਾਹਿਗੁਰੂ ਜੋ ਹਰ ਰੂਪ ਵਿੱਚ ਹਰ ਰੰਗ ਵਿੱਚ ਹੈ, ਉਹ ਅਬਿਨਾਸੀ ਜਦੋਂ ਆਪਣੇ ਸੁਖ ਆਸਨ ਵਿੱਚ ਬੈਠਾ ਹੋਇਆ ਸੀ, ਜਦੋਂ ਉਸ ਕਰਤੇ ਦਾ ਕੇਵਲ ਤੋਂ ਕੇਵਲ ਆਪਣਾ ਹੀ ਵਜੂਦ ਸੀ, ਉਸ ਅਵਸਥਾ ਦੇ ਅੰਦਰ ਤਹਿ ਜਨਮ ਮਰਨ ਕਹੋ ਕਹਾ ਬਿਨਾਸਾ। ਹੁਣ ਇਹ ਦੋ ਰੂਪ ਨੇ। ਜਦੋਂ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਰੂਪ ਦੇ ਵਿੱਚ ਹੈ, ਨਿਰਗੁਣ ਦਾ ਭਾਵ ਇੱਥੇ ਇੱਕ ਛੋਟੀ ਜੀ ਅਰਜ਼ ਮੈਂ ਕਰਦੇ ਹਾਂ। ਕਈ ਵਾਰੀ ਆਪਾਂ ਸਰਗੁਣ ਨਿਰਗੁਣ ਦੇ ਭਾਵ ਨੂੰ ਇੰਜ ਲੈਂਦੇ ਆ ਵੀ ਇੱਕ ਨਿਰਗੁਣ ਰੂਪ ਹੈ ਜਿੱਥੇ ਰੱਬ ਤੇ ਮਾਇਆ ਦਾ ਅਸਰ ਨਹੀਂ, ਤੇ ਸਰਗੁਣ ਰੂਪ ਵਿੱਚ ਮਾਇਆ ਦਾ ਪ੍ਰਭਾਵ ਹੈ। ਐਸਾ ਨਹੀਂ ਹੈ। ਧੰਨ ਬਾਬਾ ਨਾਨਕ ਜੀ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਹਜ਼ੂਰ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਸਾਰੇ ਗੁਣ ਨੇ, ਤੇ ਅੱਗੇ ਕਹਿ ਦਿੱਤਾ ਸਾਚੇ ਸਾਹਿਬ ਸਭ ਗੁਣ, ਤੇ ਅੱਗੇ ਕਹਿੰਦੇ ਅਵਗੁਣ ਸਭ ਅਸਾਂ। ਜਿਹੜੇ ਮਾਇਆ ਦੇ ਕਾਰਨ ਅਵਗੁਣ ਪੈਦਾ ਹੁੰਦੇ ਨੇ ਦਾਤਿਆ, ਮਤਾ ਸਮਝੀਏ ਵੀ ਰੱਬ ਜਦੋਂ ਸਰਗੁਣ ਰੂਪ ਵਿੱਚ ਹੈ ਤੇ ਰੱਬ ਦੇ ਉੱਤੇ ਵੀ ਇਹ ਦੋਸ਼ ਨਹੀਂ। ਰੱਬ ਤੇ ਸਰਗੁਣ ਹੋਵੇ ਭਾਵੇਂ ਨਿਰਗੁਣ ਹੋਵੇ, ਉਹ ਮਾਇਆ ਦੇ ਗੁਣਾਂ ਤੋਂ ਨਿਰਲੇਪ ਹੀ ਹੈ। ਉਹ ਖਚਤ ਨਹੀਂ ਹੁੰਦਾ, ਉਸ ਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਕਦੇ ਵੀ ਨਹੀਂ ਪੈਂਦਾ, ਭਾਵੇਂ ਨਿਰਗੁਣ ਹੈ ਤੇ ਭਾਵੇਂ ਉਹ ਸਰਗੁਣ ਹੈ। ਇਸੇ ਕਰਕੇ ਜਦੋਂ ਵਾਚਿਆ ਜਾਣਾ ਹੈ ਤੇ ਬਾਬਾ ਜੀ ਨੇ ਇਹ ਗੱਲ ਸਮਝਾਈ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਦੋਂ ਪ੍ਰਤੱਖ ਜ਼ਾਹਰਾ ਸਰੂਪ ਇਸ ਜਗਤ ਦੇ ਅੰਦਰ ਅਸੀਂ ਰੱਬ ਦੀ ਇਹ ਹੋਂਦ ਵੇਖਦੇ ਹਾਂ, ਇਹ ਬਣਤਰ ਕਰਤੇ ਦੀ ਹੈ, ਜਿਸ ਨੂੰ ਆਪਾਂ ਆਸਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਪੜ੍ਹਦੇ ਹਾਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਉਸ ਕਰਤੇ ਨੇ, ਰੱਬ ਜੀ ਨੇ, ਵਾਹਿਗੁਰੂ ਜੀ ਨੇ ਦੂਸਰੇ ਨੰਬਰ ਤੇ ਕੁਦਰਤ ਨੂੰ ਬਣਾਇਆ। ਇਹ ਬਣਦਾ ਪਸਾਰਾ, ਦਿਸਦਾ ਪਸਾਰਾ, ਇਹ ਚੱਲਦੇ ਫਿਰਦੇ ਜੀਵ, ਇਹ ਪਏ ਹੋਏ ਪੱਥਰ ਤੇ ਖੜੇ ਹੋਏ ਦਰਖਤ, ਇਸ ਬੇਜ਼ੁਬਾਨ ਜਾਨਵਰ ਤੇ ਉਡਾਰੀਆਂ ਲਾਉਣ ਵਾਲੇ ਪੰਛੀ, ਇਹ ਪਾਣੀ 'ਚ ਤਾਰੀਆਂ ਲਾਉਣ ਵਾਲੇ ਜੀਵ ਜਿਹੜੇ, ਇਹ ਸਭ ਕਰਤੇ ਦੀ ਤੇ ਬਣਤਰ ਹੈ। ਪਰ ਉਹ ਨਿਰਲੇਪ ਹੈ। ਤਾਕਤ ਜ਼ਰੂਰ ਉਸ ਦੀ ਹੈ ਪਰ ਉਹ ਵੱਖ ਹੈ। ਉਹ ਗਲਤਾਨ ਨਹੀਂ ਹੁੰਦਾ। ਜੇ ਹੁੰਦਾ ਹੋਵੇ ਤੇ ਬਾਬਾ ਜੀ ਨੂੰ ਗੁਰਬਾਣੀ ਵਿੱਚ ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਕੇ ਮੋਲ ਨਾ ਕਹਿਣਾ ਪੈਂਦਾ। ਜੇ ਮਾਇਆ ਵਿੱਚ ਹੈ, ਤਿੰਨ ਗੁਣਾ ਦੇ ਰੂਪ, ਇਹ ਸਰਗੁਣ ਰੂਪ ਵਿੱਚ ਹੈ, ਤੇ ਉਸ ਤੇ ਵੀ ਅਸਰ ਹੁੰਦਾ ਨਾ ਮਾਇਆ ਦਾ। ਫਿਰ ਤੇ ਜੇ ਮਾਇਆ ਦਾ ਅਸਰ ਹੈ ਫਿਰ ਉਹ ਕੰਚਨ ਦੇ ਨਾਲ ਵਿਕ ਜਾਣਾ ਸੀ, ਪਰ ਉਹ ਨਿਰਲੇਪ ਹੈ। ਬਚਨ ਆਇਆ ਅਬਿਨਾਸੀ ਸੁਖ ਆਪਨ ਆਸਨ। ਜਦੋਂ ਆਪਣੇ ਆਪ ਵਿੱਚ ਆਪ ਹੀ ਸੀ, ਜਗਤ ਨਹੀਂ ਸੀ ਅਜੇ ਬਣਿਆ, ਤਹਿ ਜਨਮ ਮਰਨ ਕਉ ਕਾ ਬਿਨਾਸਨ। ਫਿਰ ਕਦੋਂ ਜਨਮ, ਕੀ ਜਨਮ, ਕਿਸ ਦਾ ਜਨਮ ਤੇ ਕਿਸ ਦਾ ਮਰਨ, ਕਿਸ ਦਾ ਨਾਸ਼, ਭਾਵ ਕੁਛ ਵੀ ਨਹੀਂ ਸੀ। ਮੈਂ ਕਿਥੇ ਦੁਨੀਆਵੀ ਗੱਲ ਸਾਂਝੀ ਕਰਦੇ ਹਾਂ। ਕੱਚ ਦੇ ਭਾਂਡੇ, ਕਰੋਕਰੀ ਆ ਤੁਸੀਂ ਦੇਖੋ,
ਜਦੋਂ ਤੱਕ ਇਹ ਬਰਤਨ, ਇਹ ਭਾਂਡੇ ਅਜੇ ਆਕਾਰ ਵਿੱਚ ਨਹੀਂ ਆਏ, ਕੱਚ ਪਿਆ, ਇਹਨਾਂ ਦਾ ਆਕਾਰ ਨਹੀਂ ਬਣਿਆ, ਅਜੇ ਇਹਨਾਂ ਦੀ ਬਣਤਰ ਨਹੀਂ ਬਣੀ, ਕੋਈ ਪਲੇਟ, ਕੋਈ ਕੱਪ, ਕੋਈ ਗਲਾਸ ਨਹੀਂ ਬਣਿਆ, ਤੇ ਖਤਰਾ ਕੋਈ ਨਹੀਂ, ਟੁੱਟਣ ਦਾ ਕਾਹਦਾ ਖਤਰਾ ਜੇ ਬਣਿਆ ਹੀ ਨਹੀਂ। ਲੇਕਿਨ ਜਦੋਂ ਉਸ ਦੀ ਆਕ੍ਰਿਤੀ ਮੂਰਤ ਬਣ ਗਈ, ਜਦੋਂ ਆਕਾਰ ਬਣ ਗਿਆ, ਫਿਰ ਸੰਭਾਲ ਸ਼ੁਰੂ ਹੋ ਗਈ, ਕਿਉਂਕਿ ਟੁੱਟਣ ਦਾ ਡਰ ਪੈਦਾ ਹੋ ਗਿਆ। ਜਦੋਂ ਤੱਕ ਕੱਚਾ ਕੱਚ ਜਿਹੜਾ ਹੈ ਉਹ ਫੈਕਟਰੀ ਵਿੱਚ ਪਿਆ ਹੈ, ਕਾਰਖਾਨੇ ਵਿੱਚ ਪਿਆ ਹੈ, ਅਜੇ ਕੋਈ ਆਕ੍ਰਿਤੀ, ਕੋਈ ਆਕਾਰ, ਕੋਈ ਹੋਂਦ ਨਹੀਂ ਹੈ, ਕਿਸੇ ਤਰ੍ਹਾਂ ਦੀ ਕੋਈ ਬਣਤਰ ਨਹੀਂ ਹੈ, ਤੇ ਕੋਈ ਡਰ ਨਹੀਂ ਪਿਆ। ਲੇਕਿਨ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਚੀਜ਼ ਬਣ ਜਾਏ ਤੇ ਉਤਨਾ ਹੀ ਰੱਖ ਰਖਾਵ ਤੇ ਸੰਭਾਲ ਤੇ ਜ਼ੋਰ ਦੇਣਾ ਪੈਂਦਾ ਹੈ। ਇਹੀ ਹੈ ਕਰਤਾ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ, ਉਹ ਜਿਹੜੇ ਰੱਬ ਜੀ ਹਨ ਨਾ, ਉਹ ਜਦੋਂ ਆਪਣੇ ਆਪ ਵਿੱਚ ਨੇ, ਉਹ ਫਿਰ ਨਾ ਜਨਮ ਦਾ ਖਤਰਾ, ਨਾ ਮਰਨ ਦਾ, ਨਾ ਉੱਥੇ ਕੋਈ ਦੁੱਖ ਹੈ, ਨਾ ਉੱਥੇ ਕੋਈ ਸੁੱਖ ਹੈ, ਨਾ ਉੱਥੇ ਬਿਨਸਨ ਦਾ ਭੈ ਹੈ, ਨਾ ਉੱਥੇ ਕਿਸੇ ਤਰ੍ਹਾਂ ਦੀ ਭੁੱਖ ਹੈ, ਕਿਉਂਕਿ ਬਣਤਰ ਹੀ ਕੋਈ ਨਹੀਂ। ਉਹ ਨਿਰਗੁਣ ਰੂਪ ਹੈ, ਉਹ ਅਦ੍ਰਿਸ਼ਟ ਸਰੂਪ ਹੈ। ਫਿਰ ਬਾਬਾ ਜੀ ਅੱਗੇ ਕਹਿੰਦੇ ਨੇ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਇੱਕੋ ਗੱਲ ਨੂੰ ਅਨੇਕਾਂ ਤਰੀਕਿਆਂ ਨਾਲ ਦ੍ਰਿੜਤਾ ਬਖਸ਼ਣ ਲਈ, ਸਾਡੇ ਅੰਦਰ ਮਜ਼ਬੂਤੀ ਬਣ ਸਕੇ, ਅਕਾਲ ਪੁਰਖ ਵਾਹਿਗੁਰੂ ਜੀ ਵਾਸਤੇ ਸਾਡੇ ਅੰਦਰ ਵਿਸ਼ਵਾਸ ਬਣ ਸਕੇ, ਸਾਨੂੰ ਭਰੋਸਾ ਬਣ ਸਕੇ ਕਿ ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਹੋਈ, ਦੂਸਰ ਨਾ ਭੇਦ ਕੋਈ, ਭੂਲ ਭ੍ਰਮ ਮਾਨਬੋ। ਉਸ ਕਰਤੇ ਦੇ ਪਰਥਾਏ, ਉਸ ਅਕਾਲ ਪੁਰਖ ਜੀ ਵਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਂਦੇ ਨੇ, ਜਦੋਂ ਅਕਾਲ ਪੁਰਖ ਪੂਰਨ ਆਪ ਹੀ ਆਪ ਹੈ, ਉਸ ਵੇਲੇ ਕਿਸੇ ਤਰ੍ਹਾਂ ਦਾ ਕੋਈ ਡਰ, ਕਿਸੇ ਤਰ੍ਹਾਂ ਦਾ ਕੋਈ ਭੈ ਮੌਤ ਦਾ ਜਿਹੜਾ ਹੈ ਉਹ ਬੰਦੇ ਨੂੰ ਨਹੀਂ ਵਿਆਪ ਸਕਦਾ। ਹਜ਼ੂਰ ਨੇ ਬਚਨ ਕੀਤਾ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਆਪਾਂ ਰੱਬ ਜੀ ਬਾਰੇ ਪੜ੍ਹਦੇ ਹਾਂ, ਅਮੂਲ ਮੰਤਰ ਹੁਣੇ ਦਾਸ ਨੇ ਵੀ ਪੜ੍ਹਿਆ, ਤੁਸੀਂ ਨਿਤਨੇਮ ਵਿੱਚ ਰੋਜ਼ ਜਪਜੀ ਵਿੱਚ ਪੜ੍ਹਦੇ ਹੋ। ਗੁਰੂ ਕਾ ਬਚਨ ਹੈ ਅਕਾਲ ਮੂਰਤ। ਹੁਣ ਸ਼ਬਦ ਭਾਵੇਂ ਉੱਥੇ ਮੂਰਤ ਵਰਤਿਆ, ਪਰ ਮੂਰਤ ਦਾ ਮਤਲਬ ਆਕ੍ਰਿਤੀ ਨਹੀਂ ਹੈ। ਮੂਰਤ ਦਾ ਮਤਲਬ ਉਸ ਸ਼ਕਤੀ, ਉਸ ਵਜੂਦ ਦੇ ਵਾਸਤੇ ਹੈ ਕਿ ਜੋ ਨਿਰੰਕਾਰ ਹੈ, ਜਿਹੜਾ ਮਾਲਕ ਹੈ, ਰੱਬ ਜੀ ਹਨ, ਜੋ ਉਹ ਸ਼ਕਤੀ, ਜੋ ਉਹ ਤਾਕਤ ਹੈ, ਉਹ ਕਾਲ ਦੇ ਪ੍ਰਭਾਵ ਤੋਂ ਪਰੇ ਹੈ। ਰੱਬ ਦੀ ਸ਼ਕਤੀ ਦਾ, ਤਾਕਤ ਦਾ ਆਰੰਭ ਵਿੱਚ ਕੋਈ ਵਧਣਾ ਤੇ ਅੰਤ ਵਿੱਚ ਘਟਣਾ ਐਸਾ ਨਹੀਂ। ਕਿਉਂਕਿ ਇਸ ਗੱਲ ਨੂੰ ਹੋਰ ਸਮਝਣਾ ਹੋਵੇ ਨਾ, ਤੇ ਜਦੋਂ ਆਪਾਂ ਪੜ੍ਹਦੇ ਹਾਂ ਵੱਡਾ ਨਾ ਹੋਵੇ, ਘਾਟ ਨਾ ਜਾਏ, ਕਿਉਂਕਿ ਉਹ ਅਕਾਲ ਮੂਰਤ ਹੈ। ਉਸ ਦਾ ਵਜੂਦ, ਉਸ ਮਾਲਕ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ। ਕਾਲ ਸਮੇਂ ਨੂੰ ਕਹਿੰਦੇ ਹੈ, ਅਕਾਲ ਦਾ ਭਾਵ ਹੈ ਸਮੇਂ ਤੋਂ ਰਹਿਤ। ਤੇ ਜਿਸ ਤੇ ਸਮੇਂ ਦਾ ਅਸਰ ਹੋਵੇ ਨਾ, ਉਸ ਬਾਰੇ ਗੁਰੂ ਪਾਤਸ਼ਾਹ ਬਾਣੀ 'ਚ ਕੀ ਕਹਿੰਦੇ ਨੇ, 10 ਬਾਲਤਣ 20 ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਖ ਹਿਸੈ, 60 ਕੇ ਬੋੜੇਪਾ ਆਵੈ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। ਜਿਸ ਦੀ ਬਣਤਰ, ਜਿਸ ਦੀ ਆਕ੍ਰਿਤੀ, ਜਿਸ ਦਾ ਵਜੂਦ ਹੋਂਦ ਵਿੱਚ ਆ ਗਿਆ, ਜਿਸ ਦਾ ਜਨਮ ਹੋ ਗਿਆ, ਜਿਸ ਦਾ ਕੋਈ ਆਕਾਰ ਬਣਿਆ ਗਿਆ, ਸਤ ਸੰਗਤ ਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਨੇ ਵੱਡਾ ਵੀ ਹੋਣਾ ਹੈ ਤੇ ਉਸ ਨੇ ਢਲਣਾ ਵੀ ਹੈ। ਅਸੀਂ ਸ਼ਬਦ ਇੱਕ ਬੋਲਦੇ ਹਾਂ ਨਾ ਆਮ, ਦਿਨ ਚੜ੍ਹਿਆ, ਦਿਨ ਚੜ੍ਹ ਰਿਹਾ, ਸੂਰਜ ਦਿਸਣਾ ਸ਼ੁਰੂ ਹੋ ਗਿਆ, ਤੇ ਸ਼ਾਮਾਂ ਨੂੰ ਅਸੀਂ ਆਪ ਹੀ ਕਹਿੰਦੇ ਦਿਨ ਢਲ ਗਿਆ। ਕਿਉਂਕਿ ਜੋ ਦਿਨ ਆਵੇ ਸੋ ਦਿਨ ਜਾਏ। ਹੋਂਦ ਵਾਲੀ ਹਰ ਚੀਜ਼ ਦਾ ਮੁਕਾ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਭੇਤ। ਇਸ ਕਰਕੇ ਸਤਿਗੁਰੂ ਕਹਿੰਦੇ ਜਬ ਪੂਰਨ ਕਰਤਾ ਪ੍ਰਭ ਸੋਏ, ਜਦੋਂ ਕੇਵਲ ਉਹ ਪਰਿਪੂਰਨ ਅਕਾਲ ਪੁਰਖ, ਕਰਤਾ ਪੁਰਖ ਨਿਰੰਕਾਰ,
ਉਹ ਅਕਾਲ ਮੂਰਤ ਦਾ ਮਾਲਕ, ਉਹ ਅਜੂਨੀ ਰੂਪ ਦਾ ਮਾਲਕ ਜਿਹੜਾ ਰੱਬ ਜੀ ਦਾ ਵਜੂਦ ਹੈ, ਹਸਤੀ ਹੈ। ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਇੱਥੇ ਇੱਕ ਹੋਰ ਅਰਜ਼ ਨਾਲ ਕਰਦੇ ਹਾਂ। ਦੇਖੋ ਇਹ ਤੇ ਗੁਣ ਨੇ ਰੱਬ ਦੇ। ਜਿਹੜਾ ਪਰਮੇਸ਼ਰ ਨੂੰ ਜਪਣ ਲੱਗ ਪੈਂਦਾ ਹੈ, ਜਿਹੜਾ ਰੱਬ ਜੀ ਨੂੰ ਜਪ ਕੇ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ, ਉਸੇ ਦਾ ਰੂਪ ਬਣਦਾ ਹੈ। ਸਾਧ ਸੰਗਤ, ਡਰ ਤੇ ਮਾਲਕ ਦੀ ਕਿਰਪਾ ਨਾਲ ਉਹਨਾਂ ਵਿੱਚੋਂ ਵੀ ਮੌਤ ਦਾ ਮਿਟਦਾ ਹੈ। ਡਰ ਜਪਣ ਵਾਲਿਆਂ ਦੇ ਵਿੱਚੋਂ ਵੀ ਨਿਰੰਕਾਰ ਜੀ ਦੂਰ ਕਰ ਦਿੰਦੇ ਨੇ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਮੌਤ ਦੇ ਡਰ ਵਿੱਚ ਉਹ ਰਹਿੰਦੇ ਆ ਜਿਨ੍ਹਾਂ ਨੇ ਰੱਬ ਦੀ ਨਜ਼ਦੀਕੀ ਨੂੰ ਜਾਣਿਆ ਨਹੀਂ। ਕੱਲ੍ਹ ਦਿਨ ਮਨਾਇਆ ਪੰਥ ਨੇ ਕੌਮ ਦੇ ਮਹਾਨ ਸ਼ਹੀਦ, ਛੋਟੀ ਉਮਰ ਦੇ ਸ਼ਹੀਦ, ਅੱਜ ਦੇ ਨੌਜਵਾਨਾਂ ਨੂੰ ਜਿਸ ਨੂੰ ਆਦਰਸ਼ ਬਣਾਉਣਾ ਚਾਹੀਦਾ ਹੈ, ਜਿਸ ਨੂੰ ਅਸੀਂ ਰੋਜ਼ ਅਰਦਾਸ ਵਿੱਚ ਚੇਤੇ ਕਰਦੇ ਹਾਂ, ਖੋਪਰੀਆਂ ਲੁਹਾਈਆਂ, ਉਹ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੂੰ ਖੋਪਰੀ ਲਾ ਕੇ ਵਕਤ ਦੇ ਹੁਕਮਰਾਨਾਂ ਨੇ, ਜ਼ਕਰੀਆ ਖਾਨ ਦਾ ਹੁਕਮ ਚੱਲਿਆ ਲਾਹੌਰ ਦੇ ਸੂਬੇਦਾਰ ਦਾ, ਤੇ ਭਾਈ ਸਾਹਿਬ ਜੀ ਦੀ ਖੋਪਰੀ ਰੰਬੀ ਨਾਲ ਲਾ ਦਿੱਤੀ ਗਈ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਕੋਈ ਸਵਾਲ ਕਰਦਾ ਵੀ ਸਿੱਖਾਂ ਨੂੰ ਦਰਦ ਨਹੀਂ ਹੁੰਦਾ? ਅਸਲ ਦੇ ਵਿੱਚ ਦੁਨੀਆਵੀ ਤਲ ਦੇ ਉੱਤੇ ਜਿਨ੍ਹਾਂ ਦੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਹੁਕਮ ਵਿੱਚ ਪਰੋਈ ਜਾਂਦੀ ਹੈ, ਫਿਰ ਉਹ ਸਰੀਰ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਨਿਰੰਕਾਰ ਦੀ ਨਜ਼ਦੀਕੀ ਨੂੰ ਜਾਣਿਆ ਤੇ ਸੁਰਤ ਨੂੰ ਉਸ ਮਾਲਕ ਦੇ ਵਿੱਚ ਪਰੋਇਆ ਹੋਇਆ। ਫਿਰ ਉਹ ਅਵਸਥਾ ਜਿਹੜੀ ਰੋਜ਼ ਪੜ੍ਹਦੇ ਹਾਂ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ। ਤੇ ਜੈਸਾ ਰੱਬ ਹੈ ਫਿਰ ਉਹ ਜੇ ਹੋ ਗਏ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਸੋ ਅਬਨਾਸੀ ਤੇ ਹੈ ਹੀ ਇਸ ਵਡਿਆਈ ਦਾ ਮਾਲਕ। ਪਰ ਸਾਧ ਸੰਗਤ, ਜੈਸਾ ਸੇਵੈ ਤੈਸੋ ਹੋਏ। ਹੁਣ ਸੁਖਮਨੀ ਸਾਹਿਬ ਤੇ ਪੜ੍ਹ ਰਹੇ ਹਾਂ ਰੋਜ਼, ਆਪਾਂ ਰੋਜ਼ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹੈ। ਹਰ ਸਿੱਖ ਪਾਠ ਕਰਦਾ, ਗੁਰੂ ਘਰ ਵੀ ਹੁੰਦਾ, ਲੇਕਿਨ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੱਬ ਤੇ ਅਬਨਾਸੀ ਹੈ। ਨਾ ਕਹੀਏ ਉਹ ਤਾਂ ਵੀ ਅਬਨਾਸੀ ਹੈ, ਤੁਸੀਂ ਨਾ ਜਪੋ ਉਹ ਅਬਨਾਸੀ ਹੀ ਰਹਿਣਾ ਹੈ। ਲੇਕਿਨ ਉਸ ਅਬਨਾਸੀ ਨੂੰ ਪੜ੍ਹ ਕੇ ਅਸੀਂ ਕਿਤਨੇ ਨਾਸ਼ ਤੋਂ ਡਰ ਤੋਂ ਰਹਿਤ ਹੋਏ ਹਾਂ, ਇਹ ਪੜਤਾਲਣ ਦੀ ਲੋੜ ਹੈ। ਅਰਥ ਕਰਨ ਦਾ ਮਤਲਬ, ਵਿਚਾਰ ਕਰਨ ਦਾ ਮਤਲਬ, ਬਾਣੀ ਨੂੰ ਸਮਝਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜੇ ਰੱਬ ਵਿੱਚ ਗੁਣ ਨੇ, ਮੈਂ ਨਿਰਭਉ ਜਪੀ ਜਾਨਾ, ਮੈਂ ਨਿਰਭਉ ਹੋਇਆ, ਮੈਂ ਨਿਰਵੈਰ ਜਪਦਾ ਹੀ ਰਹਿਣਾ ਸਾਰਾ ਦਿਨ, ਨਿਰਵੈਰ ਵਾਹਿਗੁਰੂ, ਨਿਰਵੈਰ ਵਾਹਿਗੁਰੂ। ਕਈਆਂ ਨੇ ਨਿਰਵੈਰ ਖਾਲਸਾ ਲਿਖਾਇਆ ਬਾਵਾਂ ਤੇ ਵੈਰ ਇੱਕ ਦੂਜੇ ਦਾ ਇੰਨਾ ਭਰਿਆ ਪਿਆ ਕਿ ਉਹਨਾਂ ਨੂੰ ਨਿਰਵੈਰ ਦੀ ਪਰਿਭਾਸ਼ਾ ਹੀ ਨਹੀਂ ਸਮਝ ਆਈ। ਜੇ ਨਿਰਵੈਰ ਬੋਲ ਕੇ ਨਿਰਵੈਰ ਨਾ ਹੋ ਸਕੇ, ਜੇ ਨਿਰਭਉ ਜਪ ਕੇ ਨਿਰਭਉ ਨਾ ਬਣ ਸਕੇ, ਇਹ ਸਾਧ ਸੰਗਤ ਜੀ ਫਿਰ ਇਹ ਅਬਿਨਾਸੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕੀ ਸੋਏ। ਜਿਹੜੇ ਪੂਰੇ ਨਾਲ ਜੁੜ ਗਏ, ਉਹਨਾਂ ਨੇ ਸਾਧ ਸੰਗਤ ਮੌਤ ਦੇ ਭੈ ਨੂੰ ਦੂਰ ਕਰ ਦਿੱਤਾ। ਰੱਬ ਜੀ ਦਾ ਗੁਣ ਅੱਗੇ ਕਹਿੰਦੇ ਨੇ, ਜਬ ਅਬਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਅਬਗਤ ਅਗੋਚਰ, ਅਬਗਤ ਕਹਿੰਦੇ ਨੇ ਜਿਹੜਾ ਅਦ੍ਰਿਸ਼ਟ ਹੈ, ਅਵਿਅਕਤ ਤੋਂ ਸ਼ਬਦ ਬਣਿਆ ਅਬਗਤ। ਅਦ੍ਰਿਸ਼ਟ ਪਰਮੇਸ਼ਰ, ਅਗੋਚਰ ਜਿਸ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕੀ। ਆਪਾਂ ਜਬ ਦੋ ਬਚਨ ਪੜ੍ਹਦੇ ਹਾਂ, ਅਗਮ ਅਗੋਚਰ। ਅਗਮ ਕਹਿੰਦੇ ਜਿਸ ਤੱਕ ਗਮਨ ਬਾਹਰ ਸਰੀਰ ਕਰਕੇ ਪਹੁੰਚ ਨਾ ਹੋਵੇ, ਤੇ ਅਗੋਚਰ ਕਹਿੰਦੇ ਆ ਜਿੱਥੇ ਸਾਡੇ ਇੰਦਰੇ ਵੀ ਨਹੀਂ ਪਹੁੰਚ ਸਕਦੇ। ਉਹ ਅਸਥਾਨ ਹੈ ਨਿਰੰਕਾਰ ਦਾ, ਉੱਥੇ ਇਹ ਸਥੂਲ ਸਰੀਰ ਨਹੀਂ ਜਾਂਦਾ, ਉੱਥੇ ਦ੍ਰਿਸ਼ਟਮਾਨ ਸੰਸਾਰ ਦਾ ਕੋਈ ਰੂਪ ਨਹੀਂ ਪਹੁੰਚਦਾ। ਉੱਥੇ ਤੇ ਸੁਰਤ ਦੀ ਉਡਾਰੀ ਲੱਗਦੀ ਹੈ, ਤੇ ਸੁਰਤ ਵੀ ਸਾਧ ਸੰਗਤ ਉਡਾਰੀ ਉਦੋਂ ਲਾ ਕੇ ਉੱਥੇ ਪਹੁੰਚਦੀ ਹੈ ਜਦੋਂ ਸੁਰਤ ਦੁਨੀਆਵੀ ਤਲ ਤੋਂ ਇਸ ਪਕੜ ਤੋਂ ਉੱਪਰ ਉੱਠ ਜਾਂਦੀ ਹੈ।
मैं भाव अर्थ केवल एक अर्ज करदे हाँ। गौड़ी राग विच बाबा कबीर साहब की एक बाणी है 52 अखरी। 2 52 अखरी दे सिरलेख विच बाणियां ने, एक गुरु अर्जन साहब पातशाह दी है ते दूसरी श्री गुरु अर्जन साहब पिता दे नाल बाबा कबीर साहब जी दी है। भगत कबीर साहब ने एक बड़ी प्यारी उदाहरण दी। अवगत ते इस अव्यक्त रूप तो ऊपर उठन की जिहड़ी गल कीती है वो पता क्या है? अब अव्यक्त तक पहुँचना, अदृश्य तक पहुँचना। बाबा कबीर साहब कहते हैं जिवें पंछी है, पंछी आलना बनाउंदा है, आलने विच आके बैठ जाता है, लेकिन पंछी का आलने विच रहना केवल रात गुजारन जोगा है। पंछी जमीन ते उस वक्त उतरदा है जदों उसने दाना चुगना है। वो अपनी खुराक लैंदा है ते उड़ारी ला जाता है। खखे अखर तो है। बाबा कबीर साहब ने खोड़ शब्द वरतिया। खोड़ कहते ने दरख्त के अंदर कोरा पै के जिहड़ी जगह खाली होंदी है, कई पंछी उस दे विच अपना ठिकाना बनाउंदे ने। ते भगत कबीर साहब जी कहते हैं जिवें वो पंछी उत्थे डेरा करदा है ते उड़ारी ला जांदा है, पकड़ नहीं है उसका कोई मोह नहीं है। इसे तरह जेड़ी रूह, जेड़ी जीव आत्मा बाणी नाल जुड़ के, सिमरन नाल जुड़ के उस सच्चे रब दे गुणां नूं जान जांदी है, वो इतनी क देर उड़ारी इत्थे ला के उतरदी है जिन्नी क देर दी उसदी इत्थे लोड़ है। वो काम भी करता है, वो परिवार दियां गृहस्थ दियां जिम्मेवारियां नूं भी भुगताउंदा है, लेकिन सुरत उसदी उड़ारियां ही लांदी है। वो जमीनी तल ते पकड़ नहीं बना के रखदा, वो खचत नहीं हुंदा, वो गलतान नहीं हुंदा। उसनूं कहा वो रब दा पंछी हो जाता है। साथ संगत जेड़े गुरमुख बाणी का पाठ करते, मैं ये गल तां बार बार कहना कि पाठ क्योंकि जगह नहीं साढ़े कोल बची गुरुद्वारियां च, असीं इतने केबिन बनाए हुए ने फिर भी वारी नहीं आ रही। पाठ तो बहुत हो रहे हैं, पर यह क्यों कहना पैंदा जेड़े पाठ करते हैं? क्योंकि असीं पाठ कराण दे विच विश्वास कर लिया, करना छड्ड बैठे। अज तो इत्थों तक हद हो गई भी जेड़ी बाणी सुखमनी साहब साडे बुजुर्गां नूं, साडियां मातावां भैणां नूं पुराने वक्त, भावें उन्हां नूं असीं अनपढ़ कहने भी पढ़ना कित्थे आउंदा सी, पर बाणी याद सी जबानी। कंमकार करदियां, हल वाउंदियां, बीबियां चौका बर्तन भांडे करदियां वो बाणी जपदियां सन। कोई सुखमनी साहब, कोई जपजी साहब। ते हुण दे गुरुद्वारे जाके पता क्या पुछदे आ, भाई साहब जी किहड़ा दिन खाली सुखमनी साहब कराउणा है? सुख सानू ओहो जे चाहिए ने, वडियाइयां ओहो जियां चाहिदियां जिहड़ियां बुजुर्ग मान गए। पर प्यारिओ जीवन भी तो ओहो जिहा बनाओ। आराम पसंद जिंदगी, मोह माया विच गलतान जीवन, ये ओ बरकत नहीं कदे दे सकता। साधन हो सकते ने इकट्ठे, पर जरूरी नहीं कि सुख दे साधन सुख भी देण। सुख देना दाते ने। अवगत दे नाल जुड़ांगे। बाबा जी कहते ने तुसी अदृश्य ते अगोचर रब की गल बाबा जी करदियां कहते भाई वो अकाल पुरख जदों अदृश्य ते अगोचर आप ही आप सी ते फिर चित्रगुप्त किस तो लेखा पुछदे। मैं फिर एक दुनियावी गल करा, जिवें कच्च दे भांडियां दी दास ने उदाहरण दी भी जदों तक कच्च दे बर्तन नहीं बने टुटण का खतरा ही कोई नहीं, बन गए तो खतरा पैदा हो गया। इत्थे गल आई लेखे दी। मन लो एक शाहूकार है, एक बंदा बहुत धनाड़ है, उसदे ज़हन विच एक ख्याल आया, उसदे चित्त विच एक ख्याल फुरदा है कि मैं बहुत वड्डा कारखाना लगावां। लेकिन वो कल्ला बैठ के इस गल नूं सोच रहा है, अजे उसनूं किसी तरह की कोई फिक्र नहीं, बस सोचिया भी कारखाना लगाउणा है। पर जदों उसने उस कारखाने की बनतर शुरू की,
ਤੇ ਆਰੰਭਤਾ ਤੋਂ ਧਿਆਨ ਦੇਣਾ। ਉਸ ਨੂੰ ਮਸਾਲਾ, ਇੱਟਾਂ, ਰੋੜੀ ਵੀ ਚਾਹੀਦੀ ਹੈ, ਉਸ ਨੂੰ ਰਾਜ ਮਿਸਤਰੀ ਵੀ ਚਾਹੀਦੇ ਹੈ, ਉਸ ਨੂੰ ਉੱਥੇ ਲੇਬਰ ਵੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਜੇ ਬਣ ਗਿਆ ਫਿਰ ਉਸ ਨੂੰ ਮਸ਼ੀਨਰੀ ਵੀ ਚਾਹੀਦੀ ਹੈ। ਫਿਰ ਮਸ਼ੀਨਰੀ ਦੇ ਨਾਲ ਨਾਲ ਉਸ ਨੂੰ ਚਲਾਉਣ ਵਾਲੇ ਵੀ ਚਾਹੀਦੇ ਹੈ। ਫਿਰ ਚਲਾਉਣ ਦੀ ਗੱਲ ਛੱਡਿਓ, ਕੋਈ ਰਾ ਮਟੀਰੀਅਲ ਲਿਆਉਣ ਵਾਲਾ ਚਾਹੀਦਾ, ਉਸ ਦਾ ਲੇਖਾ ਕਰਨ ਵਾਲਾ ਚਾਹੀਦਾ। ਫਿਰ ਕੋਈ ਉੱਤੋਂ ਬਣੇ ਸਮਾਨ ਦੀ ਸੇਲ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਚੁੱਕਦਾ, ਉਹ ਵੀ ਉਸ ਇੱਕ ਚੀਜ਼ ਦੇ ਵਾਸਤੇ ਬੰਦਾ ਚਾਹੀਦਾ ਹੈ। ਔਰ ਐਸਾ ਕੁਝ ਹੋਇਆ ਕਿ ਹਜ਼ਾਰਾਂ ਬੰਦੇ ਕੰਮ ਤੇ ਲੱਗਣ ਗਏ। ਜਿਹੜਾ ਇਕੱਲਾ ਬੈਠ ਕੇ ਅਜੇ ਉਹ ਵਪਾਰੀ ਸੋਚਦਾ ਸੀ ਕੰਮ ਕਰਾਂ, ਹੁਣ ਉਸ ਦੀ ਸੋਚ ਨਹੀਂ ਰਹੀ, ਹੁਣ ਚਿੰਤਾ ਬਣ ਗਈ ਤੇ ਲੇਖੇ ਜੋਖੇ ਵਿੱਚ ਉਲਝ ਗਿਆ। ਜਿਹੜਾ ਉਹ ਕਦੇ ਸ਼ਾਂਤ ਬੈਠ ਕੇ ਵਿਚਾਰ ਕਰਦਾ ਸੀ ਨਾ, ਉਹ ਸ਼ਾਂਤੀ ਗੁੰਮ ਹੋ ਗਈ। ਹੁਣ ਲੇਖੇ ਆ ਗਏ। ਕਿਸੇ ਨੂੰ ਪੁੱਛਦਾ ਤੂੰ ਲਿਆਂਦਾ ਕਿਆ ਸੀ, ਕਿਸੇ ਨੂੰ ਪੁੱਛਦਾ ਤੂੰ ਵੇਚਿਆ ਕਿਆ ਹੈ, ਕਿਸੇ ਨੂੰ ਪੁੱਛਦਾ ਕਿਤਨੇ ਬੰਦੇ ਰੱਖ ਲਏ, ਕਿਸੇ ਨੂੰ ਪੁੱਛਦਾ ਕਿਤਨੇ ਬੰਦੇ ਚਲੇ ਗਏ। ਇਹ ਜਿਹੜਾ ਸ਼ਬਦ ਵਰਤਿਆ ਨਾ ਗੁਰੂ ਪਾਤਸ਼ਾਹ ਨੇ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਜਦ ਰੱਬ ਹੀ ਰੱਬ ਕੱਲਾ ਸੀ, ਆਪੀ ਨੇ ਆਪ ਸਾਜਿਓ ਤੇ ਹੀ ਖਲੋਤਾ ਸੀ, ਉਦੋਂ ਤੇ ਲੇਖਾ ਹੀ ਪੁੱਛਣ ਵਾਲੀ ਗੱਲ ਨਹੀਂ ਸੀ। ਜਦੋਂ ਵਿਸਥਾਰ ਕਰਤਾ ਨਾ ਇਹ ਜਗਤ ਦਾ, ਫਿਰ ਲੇਖੇ ਸ਼ੁਰੂ ਹੋ ਗਏ। ਫਿਰ ਇਹ ਨਾਮ ਚਿੱਤਰਗੁਪਤ ਆ ਗਿਆ ਸਾਹਮਣੇ ਵੀ ਲੇਖਾ ਤੇ ਕਿਸੇ ਨੇ ਲੈਣਾ ਹੀ ਹੈ, ਹਿਸਾਬ ਤੇ ਕੋਈ ਪੁੱਛੇਗਾ। ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਫਿਰ ਗੁਰੂ ਪਾਤਸ਼ਾਹ ਨੇ ਕਿਹਾ ਲੇਖਾ ਦੇਣਾ ਸੁਹੇਲਾ, ਜੇ ਦਿਲ ਸੂਚੀ ਹੋਏ। ਜਦੋਂ ਕੱਲਾ ਸੀ, ਜਦੋਂ ਅਵਗਤ ਅਗੋਚਰ ਪ੍ਰਭ ਏਕਾ ਸੀ ਤੇ ਖਿਆਲ ਸਨ, ਲੇਕਿਨ ਜਦੋਂ ਬਣਤਰ ਹੋ ਗਈ ਤਬ ਚਿੱਤਰ ਗੁਪਤ ਕਿਸ ਪੁਛਤ ਲੇਖਾ। ਫਿਰ ਹਿਸਾਬ ਦੇਣਾ। ਔਰ ਇਹ ਜ਼ਰੂਰੀ ਵੀ ਹੈ। ਜੇ ਕਾਰਖਾਨਾ ਲੱਗ ਗਿਆ ਹੋਵੇ ਨਾ, ਫੈਕਟਰੀ ਚਲਦੀ ਹੋਵੇ, ਲੇਖੇ ਨਾ ਹੋਣ ਤੇ ਮੁੜ ਪਛਤਾਵਾ ਹੀ ਰਹਿ ਜਾਂਦਾ ਹੈ। ਤੇ ਲੇਖਾ ਵੀ ਜ਼ਰੂਰੀ ਹੈ। ਸਾਨੂੰ ਸਵਾਸਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਰਤੇ ਨੇ ਇਤਨੇ ਕੀਮਤੀ ਸਵਾਸ ਬਖਸ਼ਿਸ਼ ਕੀਤੇ। 2 ਸਾਲ ਪਿੱਛੇ ਜਾ ਕੇ ਵੇਖੋ ਨਾ, ਸਾਹਾਂ ਵਾਸਤੇ, ਸਵਾਸਾਂ ਵਾਸਤੇ ਕਿੰਨੀ ਜੱਦੋ ਜਹਿਦ ਸੀ। ਇੱਕ ਛੋਟਾ ਜਿਹਾ ਸਿਲੰਡਰ ਜਿਹੜਾ 500 ਦੀ ਚੀਜ਼ ਹੈ, ਉਹ 50,000 ਵਿੱਚ ਨਸੀਬ ਨਹੀਂ ਹੋਇਆ। ਉਦੋਂ ਪਤਾ ਲੱਗਿਆ ਵੀ ਇਹ ਜਿਹੜੇ ਸਵਾਸ ਰੱਬ ਦੀ ਬਰਕਤ ਨਾਲ ਮਿਲ ਰਹੇ ਹੈ, ਇਹ ਕਿਤਨੇ ਕੀਮਤੀ ਨੇ। ਪਰ ਬੰਦਾ ਫੇਰ ਭਵੇਸਲਾ ਹੈ, ਫੇਰ ਭੁੱਲ ਗਿਆ। ਜਦਕਿ ਅੰਮ੍ਰਿਤ ਬਾਣੀ ਪੜਨ ਵਾਲੇ ਨੂੰ ਤੇ ਇਹ ਚੀਜ਼ਾਂ ਰੋਜ਼ ਯਾਦ ਰੱਖਣੀਆਂ ਚਾਹੀਦੀਆਂ, ਭੁੱਲਣਾ ਨਹੀਂ ਚਾਹੀਦਾ। ਰਮਈਆ ਕੇ ਗੁੰਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਓ, ਬੈਠ ਕੋ ਦੈ। ਪਰ ਬਾਬਾ ਜੀ ਨੇ ਸਾਡੀ ਫਿਤਰਤ ਨੂੰ ਚੰਗੀ ਤਰ੍ਹਾਂ ਜਾਣਿਆ ਸੀ, ਇਸ ਕਰਕੇ ਕਹਿ ਦਿੱਤਾ ਉਹਨਾਂ ਨੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਕਹਿ ਰਿਹਾ ਹੈ ਤੇ ਨਿਰਗੁਣ ਯਾਰ ਹੀ ਹੈ। ਇਹ ਤੇ ਖਾ ਖਾ ਕੇ ਭੁੱਲਣ ਹਾਰ, ਭੁੱਲ ਹੀ ਜਾਂਦਾ, ਵਿਸਾਰੀ ਜਾਂਦਾ। ਇਹ ਖਾਏ ਖਾਏ ਕਰੇ ਬਦ ਫੈਲੀਆਂ ਵੀ ਤੇ ਬੜੀਆਂ ਕਰਦਾ ਹੈ। ਇਹ ਨਾ ਸ਼ੁਕਰਾ ਜੀਵ ਹੈ। केते लैला मुकर पाए, बाबा जी ने वो कोलम भी तो पूरा करना भी कितने लैला मुकरी जा रहे दुनिया विच। केते मूर्ख खा ही खाए सब इत्थे। इस करके कहते ने चित्र गुप्त उदों नहीं सन पुछदे, क्योंकि उदों दुनिया का विस्तार दुनिया का पसारा रब ने नहीं कीता सी। जदों वो निर्गुण स्वरूप का मालक इस जगत की रचना नूं रचन तो पहला कला सी। फिर पातशाह कहते ने जब नाथ निरंजन अगोचर अगाधे, जदों वो मालक निरंजन माया दी कालक तो रहत, अंजन शब्द असल विच कालक है, निरंजन कालक तो रहत है, तो इत्थे कालक है माया दी। अगोचर जिस तक पहुँच ना हो सके, एक अकाल पुरख वाहिगुरु जो कि अथाह है, अगाध अगाधे अगाध बोध है, तब कौन छुटे
ਕੌਣ ਬੰਧਨ ਬਾਧੇ। ਕਹਿੰਦੇ ਨੇ ਉਸ ਵੇਲੇ ਕੌਣ ਮਾਇਆ ਦੇ ਬੰਧਨਾਂ ਵਿੱਚ ਮੁਕਤ ਸੀ ਤੇ ਕੌਣ ਬੰਧਨਾਂ ਦੇ ਵਿੱਚ ਬੱਧਾ ਹੋਇਆ ਸੀ, ਕਿਉਂਕਿ ਕੁਛ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂਕਾਰਾ। ਔਰ ਇਹ ਗੱਲ ਜਾਣਨੀ ਚਾਹੀਦੀ ਹੈ ਸਾਨੂੰ ਵੀ, ਸਭ ਤੋਂ ਪਹਿਲਾਂ ਰੱਬ ਨੇ ਆਪੇ ਨੂੰ ਬਣਾਇਆ ਹੈ, ਖੁਦ ਨੂੰ ਸਾਜਿਆ, ਉਹ ਖੁਦ ਮੁਖਤਿਆਰੀ ਦਾ ਮਾਲਕ ਹੈ। ਇਸੇ ਕਰਕੇ ਗੁਰਬਾਣੀ ਵਿੱਚ ਜਦੋਂ ਅਸੀਂ ਰੱਬੀ ਗੁਣਾਂ ਨੂੰ ਪੜ੍ਹਦੇ ਹਾਂ, ਬਣਤਰ ਰੱਬ ਦੀ ਪੜ੍ਹਦੇ ਹਾਂ, ਉਸ ਦੀ ਵਿਸ਼ਾਲਤਾ ਪੜ੍ਹਦੇ ਹਾਂ, ਤੇ ਇੱਕ ਗੱਲ ਸਾਹਮਣੇ ਆਉਂਦੀ ਹੈ, ਰੱਬ ਜੀ ਸਭ ਦੇ ਨਾਥ ਹਨ, ਪਰ ਰੱਬ ਆਪ ਅਨਾਥ ਹੈ। ਸਭ ਦਾ ਨਾਥ, ਸਭ ਦਾ ਖਸਮ ਹੈ, ਪਰ ਆਪ ਉਹ ਨਿਖਸਮਾ ਹੈ। ਰੱਬ ਉੱਤੇ ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ। ਰੱਬ ਤੋਂ ਵੱਡਾ ਨਾਥ ਉਸ ਦੇ ਸਿਰ ਤੇ ਕੋਈ ਨਹੀਂ, ਭਾਵ ਉਹ ਸਰਵੋੱਚ ਉੱਤਮ ਪੂਰਨ ਤਾਕਤ ਹੈ। ਇਸੇ ਕਰਕੇ ਜਿਹੜੇ ਜਨਮ ਲੈ ਕੇ ਆਏ, ਭਾਵੇਂ ਉਹ ਅਵਤਾਰ ਸਨ, ਭਾਵੇਂ ਉਹਨਾਂ ਨੂੰ ਕੋਈ ਪੀਰ ਪੈਗੰਬਰ ਆਖਦਾ ਹੈ, ਉਹਨਾਂ ਦਾ ਪੜਾ, ਉਹਨਾਂ ਦੀ ਪੌੜੀ ਰੱਬ ਨਾਲੋਂ ਨੀਵੀਂ ਹੈ, ਕਿਉਂਕਿ ਜਿਹੜਾ ਰੱਬ ਜੀ ਦਾ ਸਰੂਪ ਹੈ, ਰੱਬ ਦੀ ਵਿਲੱਖਣਤਾ ਹੈ, ਉਹ ਇਹੀ ਹੈ ਕਿ ਰੱਬ ਜਿਹੜਾ ਥਾਪਿਆ ਨਹੀਂ ਜਾਂਦਾ ਤੇ ਉਹ ਪੈਦਾ ਨਹੀਂ ਕੀਤਾ ਜਾ ਸਕਦਾ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਕੋ ਨੰਦਨ ਕਾਕੋ ਰੇ। ਹੁਣ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅੰਮ੍ਰਿਤ ਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਵੀ ਤੁਸੀਂ ਆਖਦੇ ਹੋ ਨੰਦ ਜੀ ਦਾ ਸੁਪੁੱਤਰ ਭਾਵ ਕ੍ਰਿਸ਼ਨ ਜੀ ਬਾਰੇ ਇਸ਼ਾਰਾ ਹੈ। ਜੇ ਉਹ ਰੱਬ ਹੈ ਤੇ ਫਿਰ ਰੱਬ ਜੀ ਨੂੰ ਪੈਦਾ ਕਰਨ ਵਾਲੇ ਕਿਵੇਂ ਬਣ ਗਏ? ਰੱਬ ਬਾਅਦ ਵਿੱਚ, ਤੇ ਰੱਬ ਤੋਂ ਪਹਿਲਾਂ ਕੋਈ ਹਸਤੀ ਹੈ? ਇਹ ਜਿਹੜੇ ਪਦੇ ਬਚਨ ਆਪਾਂ ਵਿਚਾਰ ਰਹੇ ਹਾਂ ਨਾ, ਤੀਸਰਾ ਚੌਥਾ ਬੰਦ ਜਾਂ ਇਹ ਮੁਕੰਮਲ ਅਸ਼ਟਪਦੀ, ਇਹ ਇਸ ਗੱਲ ਦੀ ਸੂਚਕ ਹੈ, ਇਸ ਗੱਲ ਦੀ ਲਖਾਇਕ ਹੈ, ਇਹ ਵਿਸ਼ਾਲਤਾ ਸਾਨੂੰ ਦੱਸਦੀ ਹੈ ਕਿ ਅਕਾਲ ਪੁਰਖ ਤੋਂ ਪਹਿਲਾਂ ਕੁਛ ਵੀ ਨਹੀਂ ਸੀ। ਜਿਸ ਦੇ ਮਾਤਾ ਪਿਤਾ ਹੋ ਗਏ ਉਹ ਰੱਬ ਨਹੀਂ ਹੈ, ਉਹ ਗੁਰੂ ਹੋ ਸਕਦਾ ਹੈ, ਉਹ ਕੋਈ ਚੰਗੇ ਜੀਵਨ ਦੀ ਮਾਲਕ ਰੂਹ, ਚੰਗੀ ਗੁਣਾ ਦੀ ਭੰਡਾਰ ਰੂਹ ਹੋ ਸਕਦੀ ਹੈ। ਉਸ ਦੇ ਵਿੱਚ ਰੱਬ ਦੀ ਤਾਕਤ ਅੰਸ਼ ਵੱਧ ਦਿਖਾਈ ਦੇਗੀ, ਕਿਉਂਕਿ ਉਹ ਪਵਿੱਤਰ ਹੈ। ਪਰ ਰੱਬ ਕਹਿਣਾ ਇਹ ਝੂਠ ਹੈ, ਇਹ ਗਲਤ ਹੈ, ਨਿਰਮੂਲ ਹੈ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਤਬ ਕੋਨ ਛੁਟੇ ਕੋਨ ਬੰਧਨ ਬਾਧੇ। ਅੱਜ ਵੀ ਜਿਹੜੀਆਂ ਰੂਹਾਂ ਮਾਲਕ ਨੂੰ ਸਿਮਰਦੀਆਂ ਹੈ ਨਾ, ਜਿਹੜੇ ਉਸ ਨੂੰ ਜਪ ਕੇ ਉਸ ਦੇ ਰਾਹ ਤੇ ਚੱਲਦੇ ਨੇ, ਉਹਨਾਂ ਤੇ ਵੀ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਉਹਨਾਂ ਦੀ ਮੰਗ ਹੀ ਬੜੀ ਪਿਆਰੀ ਹੁੰਦੀ ਹੈ। ਉਹ ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਨਹੀਂ ਰਾਜ ਚਾਹੀਦਾ, ਕਿਉਂਕਿ ਅੱਜ ਰਾਜ ਹੈ ਤੇ ਰਾਜ ਥਿਰ ਕਿਸੇ ਦਾ ਨਹੀਂ, ਕੇਵਲ ਰੱਬ ਦਾ ਰਾਜ ਥਿਰ ਹੈ, ਬਾਕੀ ਝੂਠੇ ਨੇ। ਸਭ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ 4 ਦਿਨ ਆਪਣੀ ਨੌਬਤ ਚੱਲੇ ਬਜਾਏ, ਜਦੋਂ ਰਾਜ ਮਿਲਦਾ ਉਦੋਂ ਬੰਦਾ ਬਾਵਰਾ ਜ਼ਰੂਰ ਹੋ ਜਾਂਦਾ ਹੈ, ਉਸ ਨੂੰ ਅੰਤ ਨਹੀਂ ਦਿਸਦਾ ਵੀ ਇਹ ਛੱਡਣਾ ਵੀ ਪਏਗਾ। ਇਸੇ ਕਰਕੇ ਉਹ ਗੁਨਾਹ ਕਰਦਾ ਹੈ, ਅਪਰਾਧ ਕਰਦਾ ਹੈ, ਔਰ ਉਸ ਦੀ ਕਰਨੀ ਹੀ ਉਸ ਨੂੰ ਲੈ ਡੁੱਬਦੀ ਹੈ। ਤੇ ਜਿਹੜਾ ਗੁਰੂ ਨਾਲ ਜੁੜਦਾ ਹੈ ਉਸ ਦਾ ਜੀਵਨ ਇਤਨਾ ਪਵਿੱਤਰ ਬਣਦਾ ਹੈ, ਉਸ ਦੀ ਜ਼ਿੰਦਗੀ ਇਤਨੀ ਨਿਰਮਲ ਹੁੰਦੀ ਹੈ ਕਿ ਬੰਧਨ ਤੇ ਉਸ ਨੂੰ ਵੀ ਨਹੀਂ ਪੈਂਦੇ। ਗੁਰੂ ਪਿਆਰਿਓ, ਜਿਹੜੇ ਬੋਲ ਬਾਬਾ ਕਬੀਰ ਸਾਹਿਬ ਦੇ ਹਨ ਨਾ ਕਿ ਜਿਸ ਮਰਨੇ ਤੇ ਜਗ ਡਰ ਹੈ, ਮੇਰਾ ਮਨ ਆਨੰਦ, ਅਸਲ ਵਿੱਚ ਉਹ ਆਤਮਿਕ ਜੀਵਨ ਦੀ ਵਡਿਆਈ ਹੈ। ਜਿਨ੍ਹਾਂ ਦਾ ਜੀਵਨ ਪਵਿੱਤਰ ਹੋ ਗਿਆ, ਉਹ ਮੌਤ ਦੇ ਬੰਧਨਾਂ ਦਾ ਵੀ ਭੈ ਨਹੀਂ ਰੱਖਦੇ, ਉਹ ਆਜ਼ਾਦ ਖਿਆਲ ਦੇ ਨੇ। ਉਹਨਾਂ ਨੂੰ ਪਤਾ ਰੱਬ ਨੇ ਜਦੋਂ ਸੱਦਾ ਦੇਣਾ ਜਾਣਾ ਹੀ ਜਾਣਾ ਹੈ, ਇਸ ਕਰਕੇ ਉਹ ਆਨੰਦ ਵਿੱਚ ਜੀਂਦੇ ਨੇ। ਉਹਨਾਂ ਦਾ ਜਨਮ ਵੀ ਆਨੰਦ ਵਿੱਚ, ਜੀਵਨ ਵੀ ਆਨੰਦ ਵਿੱਚ, ਉਹਨਾਂ ਦੀ ਮੌਤ ਵੀ ਆਨੰਦਮਈ ਹੁੰਦੀ ਹੈ, ਕਿਉਂਕਿ ਰੱਬ ਦੇ ਨਾਲ ਜੁੜੇ ਤੇ ਰੱਬ ਜੀ ਦਾ ਇਹ ਗੁਣ ਹੈ। ਫਿਰ ਆਪਨ ਆਪ ਹੀ ਅਚਰਜਾ, ਉਹ ਆਪ ਆਪਣੇ ਆਪ, ਆਪਣੇ ਵਰਗਾ ਆਪ ਹੀ ਅਚਰਜ ਸਰੂਪ ਹੈ। ਅਚਰਜਾ ਦਾ ਭਾਵ ਅਚਰਜਤਾ ਦਾ ਮਾਲਕ, ਵਡਿਆਈ ਦਾ ਮਾਲਕ, ਹੈਰਾਨ ਕੁਨ ਰੱਬ ਹੈ। ਹੈਰਾਨ ਕਰ ਦੇਣ ਵਾਲਾ, ਕਿੰਨਾ ਪਾਣੀ ਪੈ ਰਿਹਾ, ਕਿੱਥੋਂ ਪੈ ਰਿਹਾ, ਕੌਣ ਬਾਲਟੀਆਂ, ਕਿਹੜਾ ਸਮਰਸੇਬਲ ਲਾਇਆ ਰੱਬ ਨੇ ਜਿਹੜਾ ਪਾਣੀ ਚੱਕ ਕੇ ਲੈ ਜਾਂਦੇ ਆ, ਉੱਪਰੋਂ ਸੁੱਟ ਦਿੰਦੇ ਆ।
फिर इतना विशाल वो आकाश है। आ पिलर ने गुरुद्वारा साहब की इमारत, चलो इस तो वड्डे होर होल बनणगे ते बंदा मान नाल कहंदा देखिया इतने वड्डे एरिए विच मैं कोई पिलर नहीं टिकाया। ते असीं कहने इंजीनियर बड़े वड्डे ने, बड़े वधिया आर्कीटैक्ट ने, बहुत सोहने तरीके बनाया है, पर कदे सुनिया कि किसी दी गड्डी या कोई जहाज आकाश नूं रोकण वाले पिलर नाल टकराया होवे? ये आश्चर्यता है रब दी। बाबा जी ने बाणी च कहा बिन थम्मी गगन रहाया। तू 10 20 50 फुट के एरिए नूं कवर करदा बिना पिलर तो ते दुहाइयां पा छड्डदा। उस विशालता दे मालिक रब दे गुणां विच ये भी गुण है कि इतना वड्डा आकाश उस अकाल पुरख ने बिना पिलर तो बिना थम्मी तो टिकाया होया। कदे याद करदे आ उसनूं? क्योंकि साडी सुरत इस दुनिया ती खलोती, उपर उड़ारी लाई कोई। इस करके बाबा जी कहते ने आपन आप ही अचरजा, नानक आपन रूप आप ही उपरजा। कहते ये नानक आख भी अपने आकार नूं, अपने रूप नूं उस मालिक ने आप ही उपाया है, पैदा किया है, आप ही ने आप साजे हुआ है। थापिया ना जाए कीता ना होए, अगे की है आपे आप निरंजन सोए। तो इत्थे कहते आपन आप ही अचरजा जिहड़ा है उसने आपन रूप आप ही उपरजा है। सहभंग है, स्वम तो पैदा होया है। अगले पदे विच फिर उसके गुण ने जह निर्मल पुरख पुरख पत होता। जिस अवस्था विच ओ अकाल पुरख वाहिगुरु जी पुरख पत, जीवां दा पति, सृष्टि दा रचैता, बड़ा निर्मल रूप आप ही सी। तह बिन मैल कहो क्या धोता। इस गल नूं समझना होवे ना, कपड़े नूं साफ नूं कोई धोण लग पवे, असीं कहने की गल तैनूं पता नहीं, ये तो साफ है क्यों धोई जाना है। मैले कपड़े नूं धोना एक करम है, पर साफ कपड़े नूं धोना एक अणप गिनी जाती है। कहते ने मेरे मालिक ने जदों केवल अपने आप नूं साजिया सी ना, उस वक्त कोई मैल नहीं सी ते की धोया जांदा। हुण समझ लेना मैल असी आप लगाई हुई है, रब विच कोई मैल नहीं है, वो तो निर्मल है। ये सानू समझा रहे ने भी बंदे दुनिया च आके तू मैला हो ही जाना, तू तो बहुत मैले कर्म करदा है। ते जेड़े सच नूं जान गए वो अरजोई भी करते हैं। हम मैले तुम उजल करते, हम निर्गुण तू दाता। पातशाह सी ते मैले हाँ, हम मैल भरे दुचारिया, असी ते दुराचारी हाँ। मैल सानू कादी लगी है? साडे इखलाक विच मलीनता आ गई। शरीर ते बड़ा धो के साफ करते हैं। मैं बहुत बारी एक बेनती करदा, अपने शीशियां ते ना एक लाइन लिखा लो, अपने ड्रैसिंग टेबल के उत्ते लिखी होनी चाहिए है। जदों देखते हैं पोच पोच के सोहणियां दस्तारां ते कपड़े वेखते हैं, किते माड़ा जिहा दाग होवे ना, कहने ये नहीं चंगा लगना, इनू ला दिओ नवां पाओ। ते उत्थे लिखिया होवे तन ते सुंदर है, ते क्वेश्चन मार्क पा के लिख लो क्या मन भी सुंदर है। आ गुरु कोल चले आ, सोहना बन के जा रहे हैं, मुबारक है सिखा। पर जेड़े मन ने गुरु दे कोल जाके परवान चढ़ रहे, वो तो मैला ही बड़ा, उस बारे ख्याल ही कोई नहीं। वो तो पार्किंग तक मैल लाई जाने, निंदा ईरखा, फिर कहने चल छड़ हुण गुरुद्वारा आ गया, बाद विच गल करांगे। इतनी मैल तैनू लगाण दी आदत पै गई, तेरी खुराक बन गई कि तू गुरु दर तक मैलियां गल्लां करदा आ रहे हैं। इसका मतलब बड़ा स्पष्ट है, रब निर्मल है। जह निर्मल पुरख पुरख पत होता, तह बिन मैल कहो क्या धोता। और साथ संगत जी, जेड़ा इत्थे दुनिया विच रह के भी उसनू जपदा, उसनू भी रब निर्मल कर लैंदा है। किवें करदा है? रोज पढ़ते हैं भारी है, हाथ पैर तन देह पानी धोता है, उतरस के सारे करते हैं, हाथ पैर गंदे हो गए धो ले। फिर मूत पलीती कपड़ होए, साडे कपड़े मल मूत्र नाल गंदे हो गए। हुण पानी ने काम नहीं करना कल्ले ने, उत्थे पानी नाल एक होर चीज़ वरतनी पई, दे साबुन
ਲਈਐ ਉਹ ਧੋਏ, ਉੱਥੇ ਸਾਬਣ ਲਾਣਾ ਪੈ ਗਿਆ। ਪਰ ਅਸਲ ਵਿੱਚ ਜਿਹੜਾ ਮੈਲਾ ਸੀ ਨਾ ਉਹ ਕੀ ਹੈ? ਭਾਰੀ ਹੈ ਮਤ ਪਾਪਾਂ ਕੈ ਸੰਗ। ਸਾਡੀ ਤੇ ਮਤ ਹੀ ਮੈਲੀ ਹੋ ਗਈ, ਨਾ ਉੱਥੇ ਪਾਣੀ ਨੇ ਕੰਮ ਕਰਨਾ, ਨਾ ਸਾਬਣ ਨੇ ਕੰਮ ਕਰਨਾ। ਤੇ ਜੋ ਬਾਬਾ ਜੀ ਨੂੰ ਪੁੱਛਿਆ ਤੇ ਗੁਰੂ ਪਿਤਾ ਨੇ ਜਵਾਬ ਦਿੱਤਾ, ਕਹਿੰਦੇ ਨੇ ਉਹ ਧੋਪੈ ਨਾਵੇਂ ਕੈ ਰੰਗ। ਤੇ ਨਾਮ ਕਿਸ ਦਾ? ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਨਿਰਮਲ ਦਾ ਨਾਮ ਜਪਣਾ, ਜਿਹੜਾ ਮੈਲ ਤੋਂ ਰਹਿਤ ਹੈ। ਜਦੋਂ ਉਸ ਨਿਰਮਲ ਨੂੰ ਅਰਾਧਾਂਗੇ ਸਾਡਾ ਅੰਦਰ ਵੀ ਨਿਰਮਲ ਹੋ ਜਾਏਗਾ, ਸਾਡੀ ਮੈਲ ਕੱਟੀ ਜਾਣੀ ਹੈ, ਅੱਗੋਂ ਮੈਲ ਲੱਗਣੀ ਨਹੀਂ। ਤੇ ਪਿਛਲੀ ਨੂੰ ਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਆਪ ਧੋ ਦੇਣਾ, ਕਿਉਂਕਿ ਸਤਿਗੁਰੂ ਖੋਟਿਓ ਖਰੇ ਕਰੇ। ਗੁਰੂ ਦਾ ਬਿਰਧ ਹੈ, ਗੁਰੂ ਦਾ ਸੁਭਾਅ ਹੈ। ਅੱਗੇ ਬਚਨ ਕਰਦੇ ਨੇ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੋਨ ਕੋ ਮਾਨ ਕੋਨ ਅਭਿਮਾਨ। ਜਿੱਥੇ ਮਾਇਆ ਤੋਂ ਰਹਿਤ, ਪ੍ਰਭਾਵ ਤੋਂ ਰਹਿਤ, ਕਾਲਕ ਤੋਂ ਰਹਿਤ ਪਰਮੇਸ਼ਰ ਹੈ, ਮਾਇਆ ਰਹਿਤ ਰੱਬ ਦੀ ਹਸਤੀ, ਨਿਰੰਕਾਰ ਆਕਾਰ ਤੋਂ ਰਹਿਤ, ਨਿਰਬਾਨ। ਬਾਣ ਕਹਿੰਦੇ ਨੇ ਵਾਸ਼ਨਾ, ਨਿਰਬਾਨ ਵਾਸ਼ਨਾਵਾਂ ਤੋਂ ਰਹਿਤ। ਆ ਹੁਣ ਦੇਖੋ ਨਾ ਵਾਸ਼ਨਾਵਾਂ ਕੀ ਨੇ ਬੰਦੇ ਨੂੰ? ਕਿਤੇ ਜ਼ੁਬਾਨ ਦਾ ਸਵਾਦ ਹੈ, ਕਿਤੇ ਕੱਪੜਿਆਂ ਦਾ ਹੀ ਸਵਾਦ ਹੈ। ਕੱਪੜੇ ਪਾਣਾ ਵੀ ਇੱਕ ਵਾਸ਼ਨਾ ਬਣ ਗਈ। ਮੈਂ ਅਰਜ਼ ਕਰਦਾ ਹੁੰਨਾ, ਇੱਥੇ ਵੀ ਕਈ ਵਾਰੀ ਬੇਨਤੀ ਕੀਤੀ ਹੈ, ਕੱਪੜਾ ਸਰੀਰ ਦੀ ਜ਼ਰੂਰਤ ਸੀ ਪਰ ਅੱਜ ਮਨ ਦੀ ਜ਼ਰੂਰਤ ਬਣ ਗਿਆ। ਜੇ ਸਰੀਰ ਦੀ ਜ਼ਰੂਰਤ ਹੋਵੇ ਨਾ ਤੇ ਕੱਪੜੇ ਚੱਜ ਦੇ ਤੇ ਢੰਗ ਦੇ ਪਾਏ ਹੋਣ ਕਿ ਮੈਂ ਤਨ ਕੱਜਣਾ, ਪਰ ਜਦੋਂ ਗਲਤ ਕੱਪੜੇ ਪਾ ਲਏ, ਜੇ ਕਿਸੇ ਸੇਵਾਦਾਰ ਨੇ ਰੋਕ ਦਿੱਤਾ ਤੇ ਕੋਈ ਪੁੱਛਦਾ ਵੀ ਬੀਬਾ ਤੂੰ ਚੱਲੀ ਤੇ ਗੁਰੂ ਘਰ ਸੀ, ਇਹ ਕਿਉਂ? ਮੇਰਾ ਮਨ ਕੀਤਾ ਸੀ ਮੈਂ ਪਾ ਲਏ। ਤਨ ਨਹੀਂ ਕੀਤਾ, ਮਨ ਕੀਤਾ ਮੇਰਾ, ਮੈਂ ਪਾ ਲਏ। ਸਰਦੀਆਂ ਵਿੱਚ ਵੀ ਇਹੋ ਜਿਹੇ ਕੱਪੜੇ, ਗਰਮੀਆਂ ਵਿੱਚ ਬੇਢੰਗੇ ਕੱਪੜੇ, ਉਹ ਮਨ ਦੀ ਖੁਰਾਕ ਸੀ। ਫਿਰ ਡਾਕਟਰ ਕੋਲ ਜਾਂਦਾ ਰੋਗੀ ਹੋ ਕੇ, ਡਾਕਟਰ ਕਹਿੰਦਾ ਕੀ ਗੱਲ, ਇਹ ਤੇ ਤੈਨੂੰ ਮਨਾ ਕੀਤਾ ਸੀ ਨਾ, ਨਾ ਖਾਈ, ਵੇਖਿਆ ਜੇ ਫੇਰ ਬਿਮਾਰ ਹੋ ਗਿਆ। ਨਹੀਂ ਡਾਕਟਰ ਸਾਹਿਬ, ਮਨ ਕੀਤਾ ਸੀ। ਖੁਰਾਕ ਤੇ ਰੋਟੀ ਪੇਟ ਦੀ ਭੁੱਖ ਦੂਰ ਕਰਨ ਨੂੰ ਹੈ, ਲੇਕਿਨ ਸਾਡੀ ਮਨ ਦੀ ਖੁਰਾਕ ਬਣ ਗਈ। ਇਹ ਵਾਸ਼ਨਾਵਾਂ ਨੇ ਸਾਰੀਆਂ, ਇਹ ਖਾਹਿਸ਼ਾਂ ਨੇ, ਇੱਛਾਵਾਂ ਨੇ। ਔਰ ਜਿਹੜਾ ਰੱਬ ਨੂੰ ਜਪਦਾ ਉਸ ਦੀਆਂ ਵਾਸ਼ਨਾਵਾਂ ਵੀ ਘਟ ਜਾਂਦੀਆਂ ਜੇ। ਇਹ ਗੱਲ ਯਾਦ ਰੱਖਿਓ। ਕੱਲ ਜਿਵੇਂ ਸਾਵਣ ਦਾ ਮਹੀਨਾ ਆਰੰਭ ਹੋਇਆ, ਬਾਬਾ ਨਾਨਕ ਜੀ ਨੇ ਸਾਵਣ ਬਾਰੇ ਇੱਕ ਗੱਲ ਕੀਤੀ ਹੈ। ਉਹ ਕਹਿੰਦੇ ਨੇ ਸਾਵਣ ਦਾ ਮਹੀਨਾ 4 ਤਰ੍ਹਾਂ ਦੇ ਜੀਵਾਂ ਲਈ ਤੇ ਆਨੰਦ ਵਾਲਾ ਹੈ ਤੇ 4 ਤਰ੍ਹਾਂ ਦੇ ਜੀਵਾਂ ਲਈ ਦੁਖਦਾਈ ਹੈ। ਤੇ ਜਿਨ੍ਹਾਂ ਨੂੰ ਇਹ ਸਾਵਣ ਦਾ ਮਹੀਨਾ ਮੀਂਹ ਪੈਣਾ ਚੰਗਾ ਲੱਗਦਾ, ਉਹਨਾਂ ਵਿੱਚ ਇਹ ਵਾਸ਼ਨਾ ਵਾਲੇ ਦਾ ਵੀ ਨਾਮ ਆਇਆ। ਨਾਨਕ ਸਾਵਣ ਜੇ ਵਸੈ ਚੋਹ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਜਿਨ੍ਹਾਂ ਦੇ ਘਰ ਧਨ ਪਦਾਰਥ ਨੇ ਤੇ ਜ਼ੁਬਾਨ ਦੇ ਰਸੀਏ ਲੋਕ ਨੇ, ਉਹ ਕਹਿੰਦੇ ਲੈ ਬਹੁਤ ਵਧੀਆ ਮੌਸਮ ਹੈ, ਅੱਜ ਖਾਵਾਂਗੇ ਪੀਵਾਂਗੇ ਘਰ ਰਵਾਂਗੇ। ਸੋ ਇਹ ਗੁਰੂ ਦਾਤੇ ਦੀ ਬਾਣੀ ਵਿੱਚੋਂ ਜਿੱਥੇ ਰੱਬੀ ਗੁਣ ਹੈ, ਜਪਣ ਵਾਲਿਆਂ ਵਿੱਚ ਵੀ ਗੁਣ ਆਣਗੇ ਅਗਰ ਅਸੀਂ ਅਰਾਧਾਂਗੇ। ਤਹ ਕੋਨ ਕੋ ਮਾਨ ਕੋਨ ਅਭਿਮਾਨ। ਕਹਿੰਦੇ ਨੇ ਫਿਰ ਉਸ ਅਵਸਥਾ ਵਿੱਚ ਨਾ ਕੋਈ ਅਹੰਕਾਰ ਰਹਿੰਦਾ ਤੇ ਨਾ ਕਿਸੇ ਨੂੰ ਕੋਈ ਮਾਣ ਹੀ ਹੋਣਾ ਸੀ, ਕਿਉਂਕਿ ਉਦੋਂ ਰੱਬ ਹੀ ਸੀ। ਉਦੋਂ ਬੰਦੇ ਦੀ ਸੋਚ, ਬੰਦੇ ਦੀ ਫਿਤਰਤ ਜਿਹੜੀ ਦੁਨੀਆ ਵਿੱਚ ਰਹਿ ਕੇ ਵੱਧ ਰਹੀ ਹੈ ਤੇ ਘਟ ਰਹੀ ਹੈ, ਇਹ ਨਹੀਂ ਸੀ ਹੋਣੀ। ਜਹ ਸਰੂਪ ਕੇਵਲ ਜਗਦੀਸ਼, ਜਿੱਥੇ ਕੇਵਲ ਜਗਤ ਦਾ ਈਸ਼ਵਰ ਮਾਲਕ, ਉਸ ਦੀ ਹਸਤੀ, ਉਸੇ ਦਾ ਵਜੂਦ ਸੀ। ਤਹ ਛਲ ਛਿਦਰ ਲਗਤ ਕਹੋ ਕੀਸ। ਛਲ ਦਾ ਆਖਰੀ ਅਰਥ ਧੋਖਾ ਦੇਣਾ ਹੁੰਦਾ ਹੈ, ਛਿਦਰ ਦਾ ਅਰਥ ਐਬ ਹੁੰਦਾ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਕੇਵਲ ਜਗਤ ਦਾ ਈਸ਼ਵਰ ਮਾਲਕ ਹੀ ਸੀ ਇਕੱਲਾ, ਉਦੋਂ ਫਿਰ ਛਲ ਕਿਸ ਦੇ ਨਾਲ? ਫਿਰ ਐਬ ਕੋਈ ਨਹੀਂ। ਲਗਤ ਕਹੋ ਕੀਸ, ਫਿਰ ਕਿਸ ਨੂੰ ਰੋਗ ਲੱਗਦੇ, ਕਿਸ ਨੂੰ ਐਬ ਲੱਗਦੇ? ਰੱਬ ਤੇ ਨਿਰਲੇਪ ਹੈ। ਜਪਣ ਵਾਲਾ ਵੀ ਨਿਰਲੇਪ ਹੋ ਸਕਦਾ ਹੈ ਅਗਰ ਉਸ ਰੱਬ ਦੇ ਗੁਣਾਂ ਨੂੰ ਜਾਣ ਕੇ ਜਪੀਏ। ਆਪਣਾ ਧੋਖਾ ਕੌਣ ਦੇਗਾ? ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਫਲਾਣੇ ਨੇ ਤੇ ਇਤਨਾ ਧਰੋ ਕਮਾ ਲਿਆ, ਉਹ ਤੇ ਆਪਣੇ ਭਰਾਵਾਂ ਨਾਲ ਹੀ ਧੋਖਾ ਕਰ ਗਿਆ, ਉਸ ਨੂੰ ਰੱਬ ਦਾ ਡਰ ਨਹੀਂ। ਇਸ ਦਾ ਮਤਲਬ ਉਹ ਰੱਬ ਤੋਂ ਦੂਰ ਹੈ।
इस दा मतलब है वो नाम तो दूर है, इस दा मतलब है वो सच तो मुनकर है, अपनी मर्जी करदा ते वो धोखे विच, ऐबां विच, लालच विच फसिया पिया है। जो उसनूं जाणदा वो बचदा। बाबा जी कहंदे ने जह जोत स्वरूपी जोत संग समावै। जदों जोत स्वरूप अकाल पुरख वाहिगुरू अपनी जोत विच आप ही आप सी कला, जदों केवल सर्वोच्च निरंकार वाहिगुरू आप ही आप सी, तह किसै भूख कवन तृप्तावै। कहंदे हन फिर किसनूं भुख, माया दी भुख हो सकती सी ते कौन रजिया हो सकता सी, जद है ही कला, जदों है ही मालक, होर कोई दूसरा नहीं, ते ना किसी तरह का लालच सी, ना किसी तरह की कोई भुख व्यापती सी। आखिरी पंक्ति है, कहते ने करन करावन करने हार, नानक करते का ना ही शुमार। हजूर कहते ने ऐसे गुणों का मालक, ऐसिया वडियाइयां का मालक, ऐसी हस्ती, ऐसा वजूद रखने वाला रब, जिस दे बारे बड़ी बारी हुक्मनामा भी श्रवण करते हैं, तुद बिन दूजा ना ही कोई, तू करतार करह सो होए, तेरा जोर तेरी मन टेक, सदा सदा जप नानक एक, सब ऊपर पार ब्रह्म दातार, तेरी टेक तेरा आधार है, तू होवनहार, अगम अगाध ऊंच अपार। सच्चे पातशाह आप जी वर्गा दूसरा होर कोई नहीं। और ये भी गवाही दे दी गुरु पातशाह ने, ना को हुआ ना को होए। मता किते कोई भुलेखा रखे भी आने वाले समय विच रब पैदा हो सकता है। गुरु नानक साहब की बाणी ने तो पक्की मोहर लाती, ना होया ते ना कोई हो सकता है। इन्हां गुणां दा मालक दे दुनिया च दूसरा रब वर्गी हस्ती आई नहीं सकती। जिहड़ी होंद दी गल है ते रब आद सच है, जुगाद सच है भी सच, ते नानक होसी भी सच है। वो रब शुरू विच सी, अज मिड विच भी बैठा है, ते आने वाले समय विच भी उही रहेगा, ते फिर दूसरे दी ते लोड़ ही नहीं। उस एक दे नाल जुड़ना है, आपां एक नूं मनना है। ते गुरु पातशाह कहंदे करन करावन करने हार, नानक करते का नाहि शुमार। कहंदे हे नानक आख, करता इको है, करता करीम सोई, राज़क रहीम ओही जिहड़ा इक है। कहंदे ने उस दा शुमार हुंदा है अंदाज़ा लगाउणा। रब दी हस्ती दा, रब जी दे गुणां दा, रब दी महिमा दा, उस मालिक दी विशालता दा कोई अंदाज़ा नहीं लगा सकता, क्योंकि वो इतना बेअंत है। अंत ना सिफती कहण ना अंत, अंत ना करना देण ना अंत। किसे पक्ष तो भी कोशिश करके कोई वेखे उस अकाल पुरख वाहिगुरू नूं, उस निरंकार नूं, उस दे वजूद नूं, उस दी हस्ती दे अंत नूं लभना ये बहुत ही औखा है। सो गुरु बाबा जी कृपा करन साडे ते, जो असी सुखमनी साहब बाणी रोज़ पढ़ते हैं, रोज़ नितनेम करते हैं, इस बाणी दे राही अपने जीवन नूं गुरु आशे मुताबक, गुरु दातार जी की सिक्ख्या के मुताबक सवारन ते शिंगारन का यतन करिए, ताही साडा जन्म, साडा जीवन सकारथा होएगा, ताही ये गुरबाणी पढ़ी हुई साडी थाएं पै सकती है। तो इहो अर्ज है भाई, दुनिया के पदार्थ नाशवान ने, इन्हां तो ऊपर उठ के अपनी सुरत नूं केवल तो केवल एक अकाल पुरख वाहिगुरू विच परो लो। केवल तो केवल उस निरंकार की बंदगी, उस दे सिमरन भी जिंदगी नूं ला लईए, इसे ने साडे काम आउणा है। नहीं तो क्या तै खट्टिया कहाँ गवाया दी जदों गल होवेगी, उदों साडे कोल कुछ नहीं होना। सतगुरु महाराज बख्शिश करन, सबना नूं नामदान, गुरसिੱਖੀ जीवन, अमृत वेले दे जागने, नितनेम दियां रहमतां ते गुरु ग्रंथ साहब की बाणी विच भरोसा बख्शिश करन। होइयां बेअंत गलतियां ना चितारनियां जी,
ਤੇ ਅੱਗੋਂ ਲਈ ਇਹੀ ਅਸੀਸ ਦਿਓ ਕਿ ਜੋ ਬਾਣੀ ਨੂੰ ਪੜ੍ਹ ਕੇ ਵਿਚਾਰਦੇ ਹਾਂ ਇਸ ਨੂੰ ਆਪਣੀ ਜੀਵਨ ਵਿੱਚ ਕਮਾਉਣ ਯੋਗ ਹੋ ਸਕੀਏ ਜੀ। ਫਿਰ 10 ਖਿਮਾਂ ਦਾ ਜਾਚਕ ਹੈ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।